ਇੱਕ ਇੱਕ ਸਵਾਸ ਅਨਮੋਲ ਹੈ। ਜਦੋਂ ਅਸੀਂ ਆਪਣੇ ਸਾਹਿਬ ਦੇ ਪਾਸ ਆ ਕੇ ਸਜਦੇ ਹਾਂ, ਉਦੋਂ ਇਹ ਸਵਾਸ ਅਤੇ ਇਹ ਘੜੀਆਂ ਹੋਰ ਵੀ ਖੂਬਸੂਰਤ ਹੋ ਜਾਂਦੀਆਂ ਹਨ। ਪਰ ਇਕੱਲਿਆਂ ਬੈਠਣ ਦੇ ਨਾਲ ਨਹੀਂ, ਜੋ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਆ, ਸਮਝਾਉਂਦੇ ਨੇ, ਉਸ ਨੂੰ ਸੁਣ ਕੇ, ਉਸ ਨੂੰ ਮੰਨ ਕੇ, ਹਿਰਦੇ 'ਚ ਵਸਾ ਕੇ ਜ਼ਿੰਦਗੀ ਦੇ ਅੰਦਰ ਰੂਹਾਨੀਅਤ ਵਾਲਾ ਰੰਗ ਆਉਂਦਾ ਹੈ ਅਤੇ ਚੰਗੇ ਕੰਮਾਂ ਦੀ, ਚੰਗੇ ਕਰਮਾਂ ਦੀ ਸੋਝੀ ਆਉਂਦੀ ਹੈ। ਸੋ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪ੍ਰਥਮ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਬਚਨ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਸ਼ਬਦ 679 ਅੰਗ ਤੋਂ ਨੀਚੇ ਵਾਲੇ ਪਾਸੇ ਤੋਂ ਆਰੰਭ ਹੋ ਕੇ 680 ਅੰਗ 'ਤੇ ਸੰਪੂਰਨ ਹੋ ਜਾਂਦਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਧਨਾਸਰੀ ਰਾਗ ਦੇ ਵਿੱਚ ਸਾਨੂੰ ਜੀਆਂ ਨੂੰ ਸਮਝਾਉਣ ਲਈ ਇਹ ਫਰਮਾਉਂਦੇ ਨੇ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਦਾ ਨਾਮ ਮਹੱਲਾ ਪੰਜਵਾਂ ਤੋਂ ਭਾਵ ਪੰਜਵੇਂ ਗੁਰੂ ਦੀ ਇਹ ਬਾਣੀ ਹੈ। ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ, ਉਹਨਾਂ ਦਾ ਇਹ ਪਾਵਨ ਸ਼ਬਦ ਹੈ। ਮਹੱਲਾ ਪੰਜਵਾਂ ਤੋਂ ਹੀ ਸਾਨੂੰ ਇਹ ਗਿਆਨ ਹੋਇਆ, ਇਹ ਬੋਧ ਮਿਲੀ, ਇਹ ਸ਼ੰਕਾ ਨਿਵਰਤ ਹੋਇਆ ਕਿ ਪੰਜਵੇਂ ਗੁਰੂ ਦਾ ਸ਼ਬਦ ਹੈ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਬਸ ਤਾਕੈ, ਜਾ ਕਾ ਸਤਿਗੁਰ ਪੂਰਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਇਨਸਾਨ ਨੂੰ ਜਦੋਂ ਪਰਮਾਤਮਾ ਦੁਨੀਆ 'ਤੇ ਭੇਜਦਾ, ਉਸ ਵਕਤ ਉਹਦੇ ਕੋਲ ਸਰੀਰ ਆ, ਉਹਦੇ ਕੋਲ ਆਤਮਾ ਹੈ, ਇਨਸਾਨ ਦੇ ਕੋਲ ਮਨ ਆ। ਇਸ ਤਰ੍ਹਾਂ ਕਰਕੇ ਬਹੁਤੀ ਵਾਰ ਇਹ ਵੇਖਿਆ ਗਿਆ, ਜਿਹੜਾ ਸਾਡਾ ਸਰੀਰ ਆ, ਇਹ ਹਮੇਸ਼ਾ ਜਿਸ ਤਰ੍ਹਾਂ ਇਹਨੂੰ ਮਨ ਕਹਿੰਦਾ ਉੱਦਾਂ ਹੀ ਕਰੇਗਾ। ਜੇ ਮਨ ਨੇ ਆਖਿਆ ਬੁਰੇ ਕਾਮ ਕੋ ਊਠ ਖਲੋਇਆ, ਕੋਈ ਬੁਰਾ ਕੰਮ ਆ ਉਹ ਕਰਦੇ ਤੇ ਉੱਠ ਕੇ ਝੱਟ ਖੜਾ ਹੋ ਜਾਂਦਾ ਮਨ ਜਿਹੜਾ ਹੈ। ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਹੀ ਇਬਾਦਤ ਦਾ ਵੇਲਾ ਹੋਵੇ, ਕੋਈ ਚੰਗੇ ਕੰਮ ਕਰਨ ਦਾ ਵੇਲਾ ਹੋਵੇ, ਮਨ ਜਿਹੜਾ ਸਰੀਰ ਨੂੰ ਕਹਿੰਦਾ ਤੂੰ ਨਾ ਕਰ, ਅਤੇ ਮਨ ਫਿਰ ਉਹਨੂੰ ਟਾਲ ਦਿੰਦਾ, ਸਰੀਰ ਟਲ ਜਾਂਦਾ ਹੈ। ਕਹਿਣ ਦਾ ਭਾਵ ਇਹ ਆ ਕਿ ਜਿਹੜਾ ਸਾਡਾ ਸਰੀਰ ਆ, ਉਹਨੂੰ ਚਲਾਉਣ ਵਾਲਾ ਸਾਡਾ ਮਨ ਆ। ਜਿਸ ਤਰ੍ਹਾਂ ਵੀ ਮਨ ਆਖਦਾ, ਮਨ ਦੇ ਪਿੱਛੇ ਚੱਲਣ ਵਾਲੇ ਬੰਦੇ ਹਮੇਸ਼ਾ ਉਸੇ ਤਰ੍ਹਾਂ ਹੀ ਕਰਦੇ ਆ, ਜਿਹਦੇ ਕਰਕੇ ਬਹੁਤੀ ਵਾਰ ਮਨ ਇਤਨਾ ਕੁਝ ਗਲਤ ਕਹਿ ਦਿੰਦਾ, ਇਨਸਾਨ ਨੂੰ ਕਰ ਦਿੰਦਾ, ਜਿਹਦੇ ਕਰਕੇ ਮਨ ਪਿੱਛੇ ਚੱਲਣ ਵਾਲੇ ਮਨੁੱਖ ਨੂੰ ਹਮੇਸ਼ਾ ਦੁੱਖ ਇੱਦਾਂ ਮਿਲਦੇ ਆ, ਜਿਸ ਤਰ੍ਹਾਂ ਕਿ ਬੰਦੇ ਦੇ ਪਿੱਛੇ ਪਰਛਾਵਾਂ ਚੱਲਦਾ ਹੈ। ਜਿਸ ਤਰ੍ਹਾਂ ਗੱਡੇ ਦੇ ਪਿੱਛੇ ਬੰਨ੍ਹਿਆ ਹੋਇਆ ਬਲਦ, ਜੋਤਿਆ ਹੋਇਆ ਬਲਦ ਚੱਲਦਾ, ਇਸ ਤਰ੍ਹਾਂ ਬਲਦ ਦੇ ਪਿੱਛੇ ਜਿਵੇਂ ਗੱਡਾ ਹੁੰਦਾ ਹੈ, ਇਸੇ ਤਰ੍ਹਾਂ ਮਨ ਪਿੱਛੇ ਚੱਲਣ ਵਾਲੇ ਮਨੁੱਖ ਦੇ ਪਿੱਛੇ ਦੁੱਖ ਇਸੇ ਤਰ੍ਹਾਂ ਮਹਾਤਮਾ ਬੁੱਧ ਜੀ ਕਹਿੰਦੇ ਚੱਲਦੇ ਆ।
जाको हर रंग लागो इस जुग में है, सो कहीत है सूरा। ਹੁਣ ਦੁਨੀਆ ਵਿੱਚ ਕੁਝ ਇਹੋ ਜਿਹੇ ਸੱਜਣ ਵੀ ਹੁੰਦੇ ਆ, ਕੋਈ ਇਹੋ ਜਿਹੇ ਪਿਆਰੇ ਵੀ ਹੁੰਦੇ ਆ ਜਿਹੜੇ ਮਨ ਪਿੱਛੇ ਨਹੀਂ ਚੱਲਦੇ, ਸਗੋਂ ਮਨ ਨੂੰ ਆਪਣੇ ਪਿੱਛੇ ਲਾਉਂਦੇ ਆ। ਉਹਨਾਂ ਨੂੰ ਹੀ ਗੁਰੂ ਅਰਜਨ ਦੇਵ ਜੀ ਕਹਿੰਦੇ ਯੋਧੇ ਕਹੋ, ਉਹਨਾਂ ਨੂੰ ਹੀ ਸੂਰਮੇ ਕਹੋ, ਉਹਨਾਂ ਨੂੰ ਹੀ ਵੀਰ ਰਸ ਵਾਲੇ ਆਖੋ, ਉਹਨਾਂ ਨੂੰ ਹੀ ਮਹਾਬਲੀ ਆਖੋ, ਉਹਨਾਂ ਨੂੰ ਹੀ ਸੈਨਾਪਤੀ, ਵੱਡੇ ਸੂਰੇ, ਵੱਡੇ ਯੋਧੇ ਕਹਿਣ ਦੀ ਲੋੜ ਆ। ਜੋ ਮਨੁੱਖ ਆਪਦੇ ਮਨ ਪਿੱਛੇ ਲੱਗ ਰਹੇ ਆ, ਭਾਵੇਂ ਸਰੀਰ ਕਰਕੇ ਬਲੀ ਨੇ, ਉਹ ਯੋਧੇ ਸੂਰਵੀਰ ਨਹੀਂ ਹੋ ਸਕਦੇ। ਮਨ ਰਿਪ ਜੀਤੇ ਸਭ ਰਿਪ ਜੀਤੋ, ਮਨ ਰਿਪ ਜੀਤੇ ਸਭ ਰਿਪ ਜੀਤੇ। ਜੇਕਰ ਬੰਦੇ ਨੇ ਆਪਦੇ ਮਨ ਰੂਪੀ ਦੁਸ਼ਮਣ ਨੂੰ ਹਰਾਤਾ ਤਾਂ ਸਮਝ ਲਓ ਉਹਦੇ ਸਾਰੇ ਦੁਸ਼ਮਣ ਮਰ ਗਏ ਨੇ। ਜੇ ਮਨ ਰੂਪੀ ਦੁਸ਼ਮਣ ਨੂੰ ਮਾਰਤਾ, ਸਮਝ ਲਓ ਸਾਰੇ ਦੁਸ਼ਮਣ ਮਰ ਚੁੱਕੇ ਨੇ। ਜੇ ਸਾਰੇ ਦੁਸ਼ਮਣਾਂ ਨੂੰ ਮਾਰ ਦਿੱਤਾ ਪਰ ਮਨ ਹਜੇ ਬਾਕੀ ਆ, ਸਾਰੇ ਦੁਸ਼ਮਣ ਫਿਰ ਜਿਉਂਦਾ ਨੇ। ਮਨ ਰਿਪ ਜੀਤੋ ਸਭ ਰਿਪ ਜੀਤੇ, ਮਨ ਰਿਪ ਜੀਤੋ ਸਭ ਰਿਪ ਜੀਤੇ। ਆਤਮ ਜਿਣੈ ਸਗਲ ਵਸ ਤਾਕੈ, ਜਾਂ ਕਾ ਸਤਿਗੁਰ ਪੂਰਾ। ਜਿਹਨੇ ਆਪਣੇ ਮਨ ਨੂੰ ਜਿਣ ਲਿਆ, ਜਿੱਤ ਲਿਆ, ਸਾਰੀਆਂ ਚੀਜ਼ਾਂ ਇੰਦਰੀਆਂ ਵਸ ਵਿੱਚ ਕਰਦੀਆਂ ਨੇ ਵਿਕਾਰ, ਇਹ ਤਾਂ ਹੀ ਹੋ ਸਕਿਆ ਜਾ ਕਾ ਸਤਿਗੁਰ ਪੂਰਾ। ਉਹਨੇ ਆਪਣੇ ਪੂਰੇ ਸਤਿਗੁਰੂ ਤੋਂ ਗਿਆਨ ਲੈ ਕੇ, ਸਮਝ ਲੈ ਕੇ ਆਪਣੇ ਮਨ ਨੂੰ ਜੋ ਦੌੜਦਾ ਸੀ ਚਾਰੇ ਪਾਸੇ, ਉਹਨੂੰ ਰੋਕ ਲਿਆ। ਇਸ ਤਰ੍ਹਾਂ ਦਾ ਹੁਣ ਉਹਦਾ ਜਿਹੜਾ ਸੁਭਾਅ, ਹੁਣ ਦੌੜਦਾ ਹੋਇਆ ਮਨ ਰੁਕ ਗਿਆ, ਰੁਕਿਆ ਹੋਇਆ ਮਨ ਖਤਮ ਹੋ ਗਿਆ, ਮਰ ਗਿਆ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੁਏ ਕੈਸੇ ਹਰ ਪਾਏ। ਦੌੜਦਾ ਹੋਇਆ ਮਨ ਤੇ ਰੁਕਿਆ ਹੋਇਆ ਮਨ, ਜਿਉਂਦਾ ਮਨ ਤੇ ਮਰਿਆ ਹੋਇਆ ਮਨ, ਇੱਛਾਵਾਂ ਦੇ ਨਾਲ ਭਰਿਆ ਹੋਇਆ ਮਨ ਤੇ ਖਾਲੀ ਮਨ, ਬਾਰ-ਬਾਰ ਮੰਗਣ ਵਾਲਾ, ਇੱਕ ਕੂਕਰ ਦੇ ਵਾਂਗ ਬਾਰ-ਬਾਰ ਇਸ ਤਰ੍ਹਾਂ ਭੌਂਕਣ ਵਾਲਾ ਜਿਹੜਾ ਹੈ, ਜਿਹਨੂੰ ਕਿ ਬਾਬਾ ਫਰੀਦ ਜੀ ਕਹਿੰਦੇ ਆ ਕਿ ਬਾਰ-ਬਾਰ ਬਾਰ-ਬਾਰ ਮਨ ਹਲਕੇ ਹੋਏ ਕੂਕਰ ਦੇ ਵਾਂਗ ਬੋਲਦਾ, ਹਟਦਾ ਨਹੀਂ ਹੈ, ਕੁਝ ਨਾ ਕੁਝ ਮੰਗ ਰਿਹਾ। ਹੁਣ ਉਹਦੀ ਆਵਾਜ਼ ਜਿਹੜੀ ਆ ਬੰਦ ਹੋ ਗਈ ਆ। ਠਾਕੁਰ ਗਾਈਐ ਆਤਮ ਰੰਗ, ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਣ, ਸਹਿਜ ਸਮਾਵਣ ਸੰਗ। ਮੈਂ ਆਪਣੇ ਪ੍ਰੀਤਮ ਜੀ ਕੇ ਠਾਕੁਰ ਦੇ ਜਿਹੜੇ ਗੁਣ ਆ, ਉਹ ਆਤਮਾ ਦੇ ਨਾਲ, ਪੂਰੇ ਮਨ ਦੇ ਨਾਲ ਗਾਏ ਆ। ਸ਼ਰਣੀ ਪੈ ਕੇ ਸ਼ਰਣੀ ਪਾਵਣ, ਸ਼ਰਣੀ ਪੈ ਕੇ ਨਾਮ ਧਿਆਵਣ, ਨਾਮ ਧਿਆ ਕੇ ਸਹਿਜ ਸਮਾਵਣ ਸੰਗ। ਬੜੇ ਹੀ ਸਹਿਜ ਤਰੀਕੇ ਨਾਲ ਜ਼ਿੰਦਗੀ ਜਿਹੜੀ ਆ ਉਹ ਜਿਉਣੀ ਆ। ਹਰ ਗੱਲ ਦੇ ਵਿੱਚ ਰੱਬ 'ਤੇ ਯਕੀਨ ਰੱਖਿਆ ਹੈ, ਆਪਣੇ ਗੁਰੂ 'ਤੇ ਭਰੋਸਾ ਰੱਖ ਕੇ ਹੀ, ਆਪਣੇ ਗੁਰੂ 'ਤੇ ਸਿਦਕ ਰੱਖ ਕੇ, ਇੱਕੋ 'ਤੇ ਟੇਕ ਰੱਖ ਕੇ, ਹੋਰ ਦਰਵਾਜ਼ੇ ਛੱਡ ਕੇ ਇੱਕੋ ਵਾਹਿਗੁਰੂ ਦਾ, ਆਪਣੇ ਮੁਰਸ਼ਿਦ ਦਾ ਦਰ ਮਿਲਿਆ, ਜਿਸ ਕਰਕੇ ਜ਼ਿੰਦਗੀ ਬੜੀ ਸਹਿਜ ਹੋਈ ਆ। ਜਨ ਕੇ ਚਰਨ ਵਸੇ ਮੇਰੇ ਹੀਅਰੈ, ਸੰਗ ਪਨੀਤਾ ਦੇਹੀ। ਜਦੋਂ ਤੋਂ ਗੁਰੂ ਦੇ ਚਰਨ ਮੇਰੇ ਹਿਰਦੇ 'ਚ ਵਸੇ ਆ, ਇਹ ਮਨ ਦੀ ਕੀ ਗੱਲ ਆ, ਮਨ ਦੀ ਕੇਵਲ ਕੀ ਗੱਲ ਹੈ, ਦੇਹ ਵੀ ਪਨੀਤ ਹੋ ਗਈ ਆ, ਪਵਿੱਤਰ ਹੋ ਗਈ ਆ। ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕੈ ਸੁਖ ਹੀ। ਹੇ ਵਾਹਿਗੁਰੂ ਜੀ, ਮੈਨੂੰ ਆਪਣੇ ਜਨਾਂ ਦੀ ਧੂੜੀ ਦੇਵੋ, ਰੱਬ ਦੇ ਪਿਆਰਿਆਂ ਦੀ ਧੂੜ ਦੇਵੋ, ਜਿਹਦੇ ਕਰਕੇ ਮੈਨੂੰ ਸੁੱਖ ਪ੍ਰਾਪਤ ਹੋਵੇ, ਜਿਹਦੇ ਕਰਕੇ ਮੈਨੂੰ ਉਹਨਾਂ ਦੀ ਸੰਗਤ ਵਿੱਚੋਂ ਗੁਣਾਂ ਨਾਲ ਸਾਂਝ ਬਣੇ, ਗੁਣਾਂ ਨਾਲ ਸਾਂਝ ਬਣੇਗੀ, ਔਗਣਾਂ ਤੋਂ ਛੁਟਕਾਰਾ ਹੋਵੇਗਾ, ਬੁਰੀਆਂ ਆਦਤਾਂ ਤੋਂ ਨਿਜਾਤ ਮਿਲੇਗੀ,
बुरियां आदतां तो निजात मिलेगी। गुण धारण करांगा, जिन्ने गुण होणगे उतना ही मैं रब दे नेड़े होवांगा। बिना गुणां तो भगती नहीं हो सकदी, भगती बिना ज्ञान नहीं आ सकदा, ज्ञान बिना ਬੰਦੇ ਨੂੰ ਜ਼ਿੰਦਗੀ ਜਿਉਣ ਦਾ ਸਲੀਕਾ ਤਰੀਕਾ ਨਹੀਂ ਆ ਸਕਦਾ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਗੁਣਾਂ ਦੇ ਨਾਲ ਜੁੜੀਆਂ ਨੇ। ਬਿਨ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਕਿਵੇਂ ਭਗਤੀ ਹੋ ਸਕਦੀ? ਔਗਣਾਂ ਦੇ ਨਾਲ ਭਗਤੀ ਨਹੀਂ ਹੋ ਸਕਦੀ। ਹਮੇਸ਼ਾ ਗੁਣਾਂ ਦੇ ਨਾਲ ਹੀ ਭਗਤੀ ਹੁੰਦੀ ਹੈ। ਭਾਈ ਨੰਦ ਲਾਲ ਸਾਹਿਬ ਜੀ ਆਪਣੀ ਕਿਤਾਬ ਜ਼ਿੰਦਗੀ ਨਾਮਾ ਦੇ ਗਜ਼ਲ ਨੰਬਰ 8 ਦੇ ਵਿੱਚ 8ਵੀਂ ਗਜ਼ਲ ਵਿੱਚ ਬਹੁਤ ਖੂਬਸੂਰਤ ਰਚਨਾ ਉਹਨਾਂ ਦੀ ਫਰਮਾ ਰਹੇ ਆ। ਇਹ ਜ਼ਿੰਦਗੀ ਦੇ ਵਿੱਚ ਆਪਣੀਆਂ ਅੱਖਾਂ ਹੁੰਦੀਆਂ, ਅੱਖਾਂ ਦੇ ਨਾਲ ਆਪਾਂ ਬੜਾ ਕੁਝ ਲੋਚਦੇ ਹਾਂ, ਬੜਾ ਕੁਝ ਦੇਖਣਾ ਚਾਹੁੰਦੇ ਹਾਂ। ਨਾ ਹੀ ਅੱਖਾਂ ਕਦੇ ਰੱਜਦੀਆਂ ਨੇ। ਅੱਖੀਂ ਦੇਖ ਨਾ ਰੱਜੀਆਂ ਬਹੁਤ ਰੰਗ ਤਮਾਸ਼ੇ। ਪਹਿਲੀ ਗੱਲ ਇਹ ਆ ਕਿ ਅੱਖਾਂ ਕਦੇ ਵੀ ਨਹੀਂ ਕਹਿੰਦੀਆਂ ਕਿ ਅਸੀਂ ਰੱਜ ਗਈਆਂ ਹਾਂ। ਇਹ ਹੋਰ ਹੋਰ ਵੇਖਣਾ ਚਾਹੁੰਦੀਆਂ। ਜਿਤਨਾ ਵੇਖਦੀਆਂ ਹੋਰ ਵੇਖਣ ਦੀ ਇਹਦੇ ਅੰਦਰ ਜਗਿਆਸਾ, ਤਮੰਨਾ, ਅਰਮਾਨ ਅੱਖਾਂ ਦੇ ਅੰਦਰ ਪੈਦਾ ਹੁੰਦੇ ਆ। ਉਹ ਪੈਦਾ ਕਰਨ ਵਾਲਾ ਸਾਡਾ ਮਨ ਆ। ਮਨ ਹੀ ਅੱਖਾਂ ਨੂੰ ਕਹਿ ਰਿਹਾ ਕਿ ਤੂੰ ਹੋਰ ਦੇਖ, ਹਜੇ ਹੋਰ ਜ਼ਿੰਦਗੀ ਜਿਉਂ, ਹਜੇ ਹੋਰ ਦੁਨੀਆ ਦੇ ਰੰਗ ਦੇਖ। ਅੱਖਾਂ ਨੂੰ ਸੁਨੇਹਾ ਪਹੁੰਚਾਉਣ ਵਾਲਾ ਮਨ ਹੀ ਆ। ਭਾਈ ਨੰਦ ਲਾਲ ਜੀ ਕਹਿੰਦੇ ਆ, ਮੇਰੀਆਂ ਅੱਖਾਂ ਅੱਗੇ ਉਹ ਬੇਦਰਦ, ਦਰਦ ਤੋਂ ਪਰੇ ਜਿਹੜੀ ਆ ਮੂਰਤੀ ਜਿਹੜੀ ਆ ਲੰਘ ਗਈ ਆ। ਜਦੋਂ ਤੋਂ ਪਿਆਰਾ ਕੋਲੋਂ ਦੀ ਲੰਘਿਆ ਹੈ, ਤਦ ਤੋਂ ਹੀ ਅੱਖਾਂ ਦੇ ਰਾਹ ਜਿੰਦ ਲੰਘ ਗਈ ਹੈ। ਅਸਲ ਦੇ ਵਿੱਚ ਮੈਂ ਅੱਖਾਂ ਦੇ ਨਾਲ ਬੜਾ ਕੁਝ ਦੇਖਿਆ, ਬਹੁਤ ਦੁਨੀਆ ਦੇ ਰੰਗ ਮਾਣੇ। ਕਦੇ ਗਜਨੀ ਸ਼ਹਿਰ ਵਿੱਚ ਰਹਿੰਦੇ ਸੀ ਭਾਈ ਨੰਦ ਲਾਲ ਜੀ, ਕਦੇ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿੰਦੇ ਸੀ, ਹੁਣ ਅਨੰਦਪੁਰ ਸਾਹਿਬ ਆਏ ਆ। ਹੁਣ ਕਹਿੰਦੇ ਮੇਰੀਆਂ ਅੱਖਾਂ ਦੇ ਅੱਗੇ ਉਹ ਬੇਦਰਦ ਮੂਰਤੀ ਲੰਘ ਗਈ ਆ। ਜਦੋਂ ਤੋਂ ਪਿਆਰਾ ਕੋਲੋਂ ਦੀ ਲੰਘਿਆ ਹੈ, ਤਦੋਂ ਤੋਂ ਅੱਖਾਂ ਦੇ ਰਾਹ ਵਿੱਚੋਂ ਦੀ ਜਿੰਦ ਹੀ ਲੰਘ ਗਈ ਹੈ। ਮੇਰੀ ਸਾਰੀ ਜ਼ਿੰਦਗੀ, ਮੇਰੇ ਸਾਰੇ ਪ੍ਰਾਣ, ਮੇਰਾ ਸਭ ਕੁਝ ਮੇਰੇ ਪਿਆਰੇ ਵਿੱਚ ਵਸਦਾ। ਜਦੋਂ ਮੈਂ ਉਹਦੇ ਦਰਸ਼ਨ ਕੀਤੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ, ਉਦੋਂ ਤੋਂ ਹੀ ਮੈਨੂੰ ਪਤਾ ਲੱਗਾ ਕਿ ਮੇਰੀ ਸਾਰੀ ਜਿੰਦ ਉਹਨਾਂ ਦੇ ਅੰਦਰ ਵਸਦੀ ਆ। ਇਹ ਸੁਨੇਹਾ ਮੈਨੂੰ ਮੇਰੀਆਂ ਅੱਖਾਂ ਨੇ ਦਿੱਤਾ। ਫਿਰ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਹਿਲ ਰਹੇ ਆ, ਰਾਤ ਦਾ ਸਮਾਂ ਹੋ ਗਿਆ, ਕੁਝ ਰੋਣ ਦੀ ਆਵਾਜ਼ ਉਹਨਾਂ ਸੁਣੀ ਆ। ਅਤੇ ਉਸ ਵਕਤ ਭਾਈ ਸਾਹਿਬ ਹੀ ਉੱਚੀ ਉੱਚੀ ਰੋ ਰਹੇ ਨੇ, ਇੱਕ ਵਿਛੋੜੇ ਦੀ ਪੀੜ ਵਿੱਚ, ਇੱਕ ਬੈਰਾਗ ਦੇ ਵਿੱਚ। ਕਦਮੋਂ ਸੇ ਟਹਿਲਤੇ ਥੇ ਪਰ ਦਿਲ ਥਾ ਦੁਆ ਮੇਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਹਿਲ ਰਹੇ ਆ। ਭਾਈ ਨੰਦ ਲਾਲ ਸਾਹਿਬ ਜੀ ਕੋਲ ਹੌਲੀ ਹੌਲੀ ਦੇਖਿਆ ਕਿੱਧਰੋਂ ਰੋਣ ਦੀ ਆਵਾਜ਼ ਆ ਰਹੀ ਆ। ਜਿੱਧਰੋਂ ਆਵਾਜ਼ ਸੁਣੀ ਉਸ ਪਾਸੇ ਗਏ, ਦੇਖਿਆ ਇਹ ਤਾਂ ਭਾਈ ਨੰਦ ਲਾਲ ਜੀ ਆ, ਉੱਚੀ ਉੱਚੀ ਰੋ ਰਹੇ ਸੀ। ਪਾਤਸ਼ਾਹ ਜੀ ਦੇ ਕਦਮਾਂ ਦੀ ਆਵਾਜ਼ ਸੁਣੀ ਅਤੇ ਫਿਰ ਉਹਨਾਂ ਨੇ ਚੁੱਪ ਕਰਨਾ ਕੀਤਾ। ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਛਦੇ ਆ, ਨੰਦ ਲਾਲ ਜੀ ਦੇਖੋ, ਇਹ ਜਿਹੜਾ ਅਸਮਾਨ ਹੈ, ਆਕਾਸ਼ ਆ, ਇਹਦਾ ਰੰਗ ਨੀਲਾ ਹੁੰਦਾ, ਕਦੇ ਇਹ ਕਾਲਾ ਹੋ ਜਾਂਦਾ, ਇਹਦਾ ਕਾਰਨ ਕੀ ਆ? ਅਸਮਾਨ ਦਾ ਰੰਗ ਕਦੇ ਨੀਲਾ ਹੋ ਜਾਂਦਾ ਹੈ, ਪਰ ਕਦੇ ਕਦੇ ਕਾਲਾ ਹੋ ਜਾਂਦਾ। ਉਹ ਕਾਲੇ ਹੋਣ ਦਾ ਕਾਰਨ ਕੀ ਆ? ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ, ਮਹਾਰਾਜ ਮੈਂ ਤਾਂ ਕੋਈ ਪ੍ਰਕਿਰਤਕ ਖੋਜੀ ਨਹੀਂ ਹਾਂ, ਮੈਂ ਕੋਈ ਵਿਗਿਆਨੀ ਨਹੀਂ ਹਾਂ, ਕੋਈ ਸਾਇੰਸਦਾਨ ਨਹੀਂ ਹਾਂ ਜੋ ਆਪ ਜੀ ਨੂੰ ਇਹ ਖੋਜ ਕਰਕੇ ਦੱਸ ਸਕਾਂ। ਮੈਨੂੰ ਇਸ ਬਾਰੇ ਸਮਝ ਨਹੀਂ ਹੈ ਗੁਰੂ ਜੀ, ਮੈਂ ਮਾਫੀ ਚਾਹੁੰਦਾ ਹਾਂ। ਗੁਰੂ ਮਹਾਰਾਜ ਕਹਿਣ ਲੱਗੇ,
ਤੁਸੀਂ ਮੈਂ ਮੰਨਦਾ ਪ੍ਰਕਿਰਤਕ ਖੋਜੀ ਨਹੀਂ ਹੈਗੇ, ਕੋਈ ਵਿਗਿਆਨੀ ਨਹੀਂ ਹੈਗੇ, ਕੋਈ ਸਾਇੰਸਦਾਨ ਨਹੀਂ ਹੈਗੇ, ਪਰ ਤੁਸੀਂ ਕਵੀ ਹੋ। ਕਵੀ ਲਹਿਜੇ ਵਿੱਚ ਦੱਸੋ ਸਾਨੂੰ, ਅਸਮਾਨ ਕਾਲਾ ਕਿਉਂ ਹੋ ਜਾਂਦਾ ਜਦ ਕਿ ਇਹਦਾ ਰੰਗ ਤਾਂ ਨੀਲਾ ਹੁੰਦਾ। ਫਿਰ ਉਹ ਕਹਿੰਦੇ ਨੇ ਕਿ ਗੁਰੂ ਮਹਾਰਾਜ ਜਿਵੇਂ ਤੁਸੀਂ ਬੁਲਾਓਗੇ ਫਿਰ ਮੈਂ ਕਹਿੰਦਾ ਹਾਂ। ਮੇਰੀਆਂ ਆਹਾਂ ਦਾ ਧੂੰਆਂ ਇੰਨਾ ਜ਼ਿਆਦਾ ਅਸਮਾਨ ਦੇ ਵਿੱਚੋਂ ਲੰਘ ਗਿਆ, ਮੇਰੇ ਹੌਕੇ ਜਿਹੜੇ ਆ ਉਹ ਅਸਮਾਨ ਤੱਕ ਪਹੁੰਚੇ ਆ, ਅਤੇ ਨੰਦ ਲਾਲ ਦੇ ਹੌਕਿਆਂ ਨੇ ਅਸਮਾਨ ਦਾ ਰੰਗ ਜਿਹੜਾ ਨੀਲੇ ਤੋਂ ਕਾਲਾ ਕਰ ਦਿੱਤਾ ਹੈ। ਇਸ ਕਰਕੇ ਪਰਮਾਤਮਾ ਦੇ ਵਿਛੋੜੇ ਦੇ ਅਹਿਸਾਸ ਵਿੱਚ ਮੇਰੇ ਜਿਹੜੇ ਹੌਕੇ ਨਿਕਲੇ ਆ, ਹੰਝੂ ਨਿਕਲੇ ਵੈਰਾਗ ਦੇ, ਉਹਨਾਂ ਹੌਕਿਆਂ ਦੀ ਆਵਾਜ਼ ਨੇ ਅਤੇ ਉਹਨਾਂ ਨੇ ਉੱਪਰ ਜਾਣਾ ਕੀਤਾ ਅਤੇ ਅਸਮਾਨ ਦਾ ਰੰਗ ਨੀਲੇ ਗੁੰਬਦ ਤੋਂ ਫਿਰ ਕਾਲਾ ਬਣਾ ਦਿੱਤਾ। ਇਸ ਤਰ੍ਹਾਂ ਜਦੋਂ ਫਿਰ ਭਾਈ ਨੰਦ ਲਾਲ ਜੀ ਕਹਿੰਦੇ ਆ ਆਪਣੇ ਵਿਛੋੜੇ ਦੀ ਪੀੜ ਨੂੰ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਗਲਵੱਕੜੀ ਵਿੱਚ ਲੈਂਦੇ ਆ। ਗਲਵੱਕੜੀ ਵਿੱਚ ਲੈ ਕੇ ਕਹਿੰਦੇ ਆ, ਨੰਦ ਲਾਲ ਵਾਕਿਆ ਹੀ ਰੱਬੀ ਤੜਫ ਅਤੇ ਪ੍ਰੇਮ ਅਤੇ ਵੈਰਾਗ ਤੁਹਾਡੇ ਅੰਦਰ ਇਤਨਾ ਹੈ ਜਿਹਨੂੰ ਤੁਸੀਂ ਆਪਣੇ ਸ਼ਬਦਾਂ ਦੇ ਜਾਦੂ ਰਾਹੀਂ ਪ੍ਰਗਟ ਕਰ ਦਿੰਦੇ ਹੋ। ਫਿਰ ਭਾਈ ਨੰਦ ਲਾਲ ਜੀ ਇੱਥੇ ਨਹੀਂ ਰੁਕਦੇ, ਹੋਰ ਵੀ ਬੜਾ ਸੋਹਣਾ ਬਚਨ ਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਲਕਾਂ ਦੀ ਇੱਕ ਸੈਨਤ ਨਾਲ, ਆਪਣੇ ਭਵਾਂ ਦੀ ਸੈਨਤ ਨਾਲ, ਭਵਾਂ ਤੋਂ ਭਾਵ ਪਲਕਾਂ, ਆਪਣੀਆਂ ਪਲਕਾਂ ਦੀ ਸੈਨਤ ਨਾਲ ਮੈਨੂੰ ਸ਼ਹੀਦ ਕਰ ਦਿੱਤਾ। ਹੁਣ ਕੋਈ ਇਹਦਾ ਇਲਾਜ ਨਹੀਂ ਹੋ ਸਕਦਾ, ਹੁਣ ਤੀਰ ਕਮਾਨ ਤੋਂ ਨਿਕਲ ਚੁੱਕਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਬੋਲਾਂ ਦੇ ਨਾਲ, ਆਪਣੇ ਦਰਸ਼ਨ ਦੇ ਕੇ ਮੇਰੇ ਅੰਦਰ ਜਿਹੜੇ ਵਿਕਾਰ ਸੀ ਉਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ। ਹੁਣ ਤੀਰ ਕਮਾਨ ਨੂੰ ਨਿਕਲ ਗਿਆ ਹੈ। ਹੁਣ ਵਿਕਾਰਾਂ ਨੂੰ ਬਚਣ ਲਈ, ਛੁਪਣ ਲਈ, ਲੁਕਣ ਲਈ, ਭੱਜਣ ਲਈ ਕੋਈ ਜਗ੍ਹਾ ਨਹੀਂ ਆ। ਇਹ ਵੀ ਕਹਿਣ ਵਾਲੇ ਭਾਈ ਨੰਦ ਲਾਲ ਜੀ ਆ। ਫਿਰ ਅੱਗੇ ਕਹਿੰਦੇ ਨੇ ਅਗਲੀ ਤੁਕ ਦੇ ਵਿੱਚ, ਮੈਂ ਇੱਕ ਪਲ ਵੀ ਆਪਣੇ ਅਸਲੇ ਨੂੰ ਸਮਝ ਨਾ ਪਾਇਆ, ਜਾਣ ਨਾ ਸਕਿਆ ਕਿ ਮੈਂ ਕੌਣ ਹਾਂ। ਅਫਸੋਸ ਹੈ ਮੇਰੀ ਜ਼ਿੰਦਗੀ ਦੀ ਰਾਸ ਐਵੇਂ ਹੀ ਬਸ ਬੇਅਰਥ ਚਲੀ ਗਈ ਆ। ਮੈਂ ਇੱਕ ਪਲ ਵੀ ਆਪਣੇ ਅਸਲੇ ਨੂੰ ਸਮਝ ਨਾ ਪਾਇਆ, ਜਾਣ ਨਾ ਸਕਿਆ ਕਿ ਮੈਂ ਕੌਣ ਹਾਂ। ਅਫਸੋਸ ਹੈ ਇਸ ਗੱਲ 'ਤੇ ਕਿ ਮੈਂ ਜ਼ਿੰਦਗੀ ਦੀ ਸਾਰੀ ਰਾਸ, ਜ਼ਿੰਦਗੀ ਦੀ ਸਾਰੀ ਪੂੰਜੀ, ਜਿਹਨੂੰ ਸਾਹ ਕਹਿੰਦੇ ਆ, ਮੈਂ ਉਹਨਾਂ ਨੂੰ ਐਵੇਂ ਹੀ ਗਵਾ ਲਿਆ, ਬੇਅਰਥ ਗਵਾ ਲਿਆ ਹੈ। ਤਾਂ ਦੁਨੀਆ ਵਿੱਚ ਬਹੁਤ ਲੋਕ ਹੋਣਗੇ, ਸਾਰਾ ਸਾਰਾ ਦਿਨ ਲੰਘ ਜਾਂਦਾ, ਸਾਹ ਦੇ ਨਾਲ ਉਹ ਵਾਹਿਗੁਰੂ ਨੂੰ ਸ਼ੌਂਕ ਨਾਲ ਨਹੀਂ ਯਾਦ ਕਰ ਸਕਦੇ, ਉਹਨਾਂ ਦੇ ਅੰਦਰੋਂ ਹੌਕਾ ਨਹੀਂ ਆਉਂਦਾ। ਭਾਈ ਨੰਦ ਲਾਲ ਜੀ ਦੇ ਅੰਦਰੋਂ ਅਫਸੋਸ ਹੋ ਰਿਹਾ ਇਸ ਗੱਲ ਦਾ ਕਿ ਦੌਲਤ ਜਿਹੜੀ ਆ ਲੁੱਟੀ ਗਈ, ਦੌਲਤ ਜਿਹੜੀ ਆ ਮੈਥੋਂ ਖੁੱਸ ਗਈ ਸਾਹਾਂ ਦੀ, ਪਰ ਉਹਦੇ ਨਾਲ ਮੈਂ ਆਪਣੇ ਮਾਲਕ ਨੂੰ ਯਾਦ ਨਾ ਕਰ ਸਕਿਆ। ਇਹੀ ਅਫਸੋਸ ਆ, ਮੈਂ ਆਪਣੇ ਅਸਲ ਨੂੰ ਨਾ ਸਮਝ ਸਕਿਆ। ਇਹੀ ਅਫਸੋਸ ਆ, ਮੈਂ ਜ਼ਿੰਦਗੀ ਦੀ ਸਾਰੀ ਪੂੰਜੀ ਗਵਾ ਲਈ ਆ। ਜਨ ਕੇ ਚਰਨ ਵਸੈ ਮੇਰਾ ਹੀਅਰੈ, ਸੰਗ ਪ੍ਰਣੀਤਾ ਦੇਹੀ। ਰੱਬ ਦੇ ਪਿਆਰਿਆਂ ਦੀ ਸੰਗਤ ਅੰਦਰ ਰੱਬ ਹੀ ਵਸਦਾ ਹੁੰਦਾ ਹੈ। ਉਹਨਾਂ ਦੇ ਚਰਨਾਂ ਦੀ ਧੂੜ, ਉਹਨਾਂ ਦੇ ਬਚਨ ਹੁੰਦੇ ਆ। ਇਹਨਾਂ ਨੂੰ ਹੀ ਅੱਖਾਂ ਵਿੱਚ ਸੁਰਮਾ ਬਣਾ ਕੇ ਪਾਉਣ ਦੀ ਲੋੜ ਆ, ਜੇਕਰ ਜ਼ਿੰਦਗੀ ਵਿੱਚ ਜਾਣਨਾ ਕਿ ਮੈਂ ਕੌਣ ਹਾਂ। ਪਰ ਮੈਂ ਇੱਕ ਪਲ ਵੀ ਆਪਣੇ ਅਸਲੇ ਨੂੰ ਨਾ ਪਾ ਸਕਿਆ, ਨਾ ਜਾਣ ਸਕਿਆ ਕਿ ਮੈਂ ਕੌਣ ਹਾਂ। ਅਫਸੋਸ ਆ ਇਸ ਗੱਲ 'ਤੇ। ਜ਼ਿੰਦਗੀ ਦੀ ਸਾਰੀ ਰਾਸ ਜਿਹੜੀ ਆ, ਜ਼ਿੰਦਗੀ ਦੀ ਸਾਰੀ ਅਸਲ ਪੂੰਜੀ ਜਿਹੜੀ ਆ ਨੰਦ ਲਾਲ, ਉਹ ਐਵੇਂ ਹੀ ਚਲੀ ਗਈ ਹੈ, ਬੇਅਰਥੀ ਚਲੀ ਗਈ ਹੈ। ਪੂੰਜੀ ਤੋਂ ਭਾਵ ਇੱਥੇ ਉਹ ਪੈਸੇ ਨੂੰ ਨਹੀਂ ਆਖ ਰਹੇ, ਪੂੰਜੀ ਤੋਂ ਭਾਵ ਜ਼ਮੀਨਾਂ ਨੂੰ ਨਹੀਂ ਕਹਿ ਰਹੇ, ਪੂੰਜੀ ਤੋਂ ਭਾਵ ਘਰ ਨੂੰ ਨਹੀਂ ਕਹਿ ਰਹੇ। ਬੰਦੇ ਦੀ ਅਸਲ ਪੂੰਜੀ ਉਹਦੇ ਸਾਹ ਨੇ। ਜੇ ਸਾਹ ਹੈ ਫੇਰ ਸਭ ਕੁਝ ਆ,
ਜੇ ਸਾਹ ਨਹੀਂ ਬੰਦਾ ਲਾਸ਼ ਆ। ਜਾਨ ਹੈ ਕਿਹਾ ਜਾਂਦਾ ਤੇ ਜਹਾਨ ਹੈ, ਜਾਨ ਨਹੀਂ ਤਾਂ ਕੁਝ ਵੀ ਨਹੀਂ। ਤਾਂ ਅਸਲੀ ਪੂੰਜੀ ਨੂੰ ਸਮਝਣ ਦੀ ਲੋੜ ਆ। ਉਹ ਸੀਗੇ ਮੇਰੇ ਸਾਹ, ਪਰ ਅਫਸੋਸ ਆ ਕਿ ਨਾ ਤਾਂ ਮੈਂ ਆਪਣੇ ਆਪ ਨੂੰ ਸਮਝ ਸਕਿਆ। ਸਿਰ ਕੇ ਲੇਖ ਨ ਪੜ੍ਹੇ ਆਣਾ, ਕਾਇਆ ਕਾਗਦ ਮਨ ਪਰਵਾਣਾ। ਗੁਰੂ ਮਹਾਰਾਜ ਕਹਿੰਦੇ, ਬੰਦੇ ਤੂੰ ਵੱਡੇ ਵੱਡੇ ਗ੍ਰੰਥ ਪੜ੍ਹ ਲੈਣਾ, ਘਰ ਦੀ ਕਬੀਲਦਾਰੀ ਦਾ ਹਿਸਾਬ ਕਿਤਾਬ ਕਰ ਲੈਣਾ, ਬਹੁਤ ਕੁਝ ਹੁੰਦਾ, ਲੈਣਾ ਕੀ ਤੋਂ ਕਿੰਨਾ ਦੇਣਾ, ਸਾਰਾ ਕੁਝ ਤੂੰ ਕਰ ਲੈਣਾ, ਪਰ ਸਿਰ ਕੇ ਲੇਖ ਨ ਪੜ੍ਹੇ ਆਣਾ। ਪਰ ਤੂੰ, ਤੇਰੇ ਮਨ 'ਚ ਕੀ ਚੱਲਦਾ ਸਾਰਾ ਸਾਰਾ ਦਿਨ? ਤੇਰਾ ਮਨ ਹੀ ਤੈਨੂੰ ਭਜਾਈ ਫਿਰਦਾ ਇਸ ਤਰ੍ਹਾਂ, ਪਰ ਤੂੰ ਉਹਨੂੰ ਨਹੀਂ ਪੜ੍ਹ ਪਾਇਆ। ਸਿਰ ਕੇ ਲੇਖ ਨ ਪੜ੍ਹੇ ਆਣਾ। ਜੋ ਮਨ 'ਚ ਤੇਰੇ ਖਿਆਲ ਚੱਲਦੇ ਆ, ਬੁਰੇ ਆਉਂਦੇ ਆ, ਉਹ ਕਿਉਂ ਆਉਂਦੇ ਆ? ਤੇਰਾ ਅਸਲ ਸੱਚ ਕੀ ਆ? ਕੌਣ ਹੈ ਤੂੰ? ਇਹ ਚੀਜ਼ ਨੂੰ ਤੂੰ ਪੜ੍ਹ ਨਾ ਪਾਇਆ। ਵੱਡੇ ਵੱਡੇ ਗ੍ਰੰਥ ਤੂੰ ਪੜ੍ਹੇ ਆ, ਮੰਨਦੇ ਹਾਂ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨ ਪੜ੍ਹੇ ਆਣਾ। ਪਰ ਸਰੀਰ ਤੇਰਾ ਜਿਹੜਾ ਸੀ ਕਾਗਜ਼ ਸੀ, ਕਾਇਆ ਕਾਗਦ ਮਨ ਪਰਵਾਣਾ। ਮਨ ਉਹਦੇ 'ਤੇ ਲਿਖਣ ਵਾਲਾ ਹੈ, ਪਰਵਾਨਾ ਹੈ, ਪਰ ਤੈਨੂੰ ਇਹਦੀ ਸਮਝ ਨਾ ਆਈ, ਜਿਹਦੇ ਕਰਕੇ ਤੂੰ ਅਸਲ ਰਾਸ ਨੂੰ ਵਿਅਰਥਾ ਗਵਾ ਲਿਆ। ਜੋ ਸਤਿਗੁਰੂ ਦੀ ਗਲੀ ਵੱਲ ਤੁਰ ਪੈਂਦਾ ਹੈ, ਨਾ ਤਾਂ ਉਹਨੂੰ ਸਵਰਗ ਜਾਣ ਦੀ ਇੱਛਾ ਹੁੰਦੀ ਹੈ, ਨਾ ਹੀ ਉਹਨੂੰ ਨਰਕਾਂ ਦਾ ਡਰ ਹੁੰਦਾ। ਕਿਆ ਨਰਕ ਕਿਆ ਸੁਰਗ ਵਿਚਾਰਾ, ਕਵਨ ਨਰਕ ਕਿਆ ਸੁਰਗ ਵਿਚਾਰਾ। ਸੰਤਨ ਦੋ ਰਾਦੇ, ਰਾਦੇ ਤੋਂ ਭਾਵ ਰੱਦ ਕਰਤੇ। ਭਾਈ ਨੰਦ ਲਾਲ ਜੀ ਕਹਿੰਦੇ ਆ, ਸਤਿਗੁਰ ਦੀ ਗਲੀ ਵੱਲ ਜਾਣ ਵਾਲੇ ਦੇ ਅੰਦਰ ਨਾ ਸਵਰਗ ਦੀ ਕੋਈ ਇੱਛਾ ਰਹਿ ਜਾਂਦੀ ਹੈ, ਨਾ ਨਰਕਾਂ ਦਾ ਡਰ ਰਹਿ ਜਾਂਦਾ। ਇੱਥੇ ਹੀ ਉਹਦੀ ਜ਼ਿੰਦਗੀ ਕਤ ਜਾਈਏ ਲੈ ਘਰ ਲਾਗੋ ਰੰਗ, ਇੱਥੇ ਰੰਗ ਬਣ ਜਾਂਦਾ। ਸਵਰਗ ਜਾਣ ਦੀ ਇੱਛਾ ਉਹਨੂੰ ਹੋਊਗੀ ਜਿਹਦੇ ਅੰਦਰ ਲਾਲਚ ਆ ਕਿ ਮਰਾਂਗੇ ਫਿਰ ਸਵਰਗਾਂ 'ਚ ਜਾਵਾਂਗੇ। ਭਗਤ ਲਈ ਇੱਥੇ ਸਾਹ ਦੇ ਨਾਲ ਵਾਹਿਗੁਰੂ ਕਹਿਣਾ ਹੀ ਸਵਰਗ ਆ। ਭਗਤ ਨੂੰ ਨਰਕ ਦਾ ਕੋਈ ਡਰ ਨਹੀਂ। ਨਰਕਾਂ ਦਾ ਡਰ ਉਹਨੂੰ ਹੋਊਗਾ ਜਿਹਨੇ ਮਾੜੇ ਕੰਮ ਕਰਨੇ ਆ, ਜਿਹਨੇ ਬੁਰੇ ਕੰਮ ਕੀਤੇ ਆ, ਕਿ ਉੱਥੇ ਜੋ ਬੁਰਾ ਕਰਦਾ ਉਹਨੂੰ ਇਹ ਹੁੰਦਾ, ਇਹ ਸਜ਼ਾ ਮਿਲਦੀ ਆ। ਭਗਤ ਨੂੰ ਉਹਦੇ ਤੱਕ ਕੋਈ ਮਤਲਬ ਨਹੀਂ। ਜਦੋਂ ਉਹਨੇ ਕਿਸੇ ਦਾ ਬੁਰਾ ਲੋਚਣਾ ਨਹੀਂ, ਬੁਰਾ ਸੋਚਣਾ ਨਹੀਂ, ਕਰਨਾ ਤਾਂ ਦੂਰ ਦੀ ਗੱਲ, ਉਹਨੇ ਬੁਰਾ ਲੋਚਣਾ ਵੀ ਨਹੀਂ ਕਿਸੇ ਦਾ, ਬੁਰਾ ਚਾਹੁਣਾ ਵੀ ਨਹੀਂ ਕਿਸੇ ਦਾ, ਫਿਰ ਉਹਨੂੰ ਕਾਹਦਾ ਨਰਕਾਂ ਦਾ ਡਰ? ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਗਲੀ ਵੱਲ ਜੋ ਜਾਂਦਾ ਹੈ, ਉਹਨੂੰ ਨਾ ਸਵਰਗ ਜਾਣ ਦੀ ਇੱਛਾ ਹੈ, ਨਾ ਨਰਕਾਂ ਦਾ ਡਰ ਹੈ। ਨੰਦ ਲਾਲ, ਇਸ ਕਰਕੇ ਅਫਸੋਸ ਇਸ ਗੱਲ ਦਾ ਨਹੀਂ ਕਿ ਜ਼ਿੰਦਗੀ ਲੰਘ ਰਹੀ ਆ, ਅਫਸੋਸ ਇਸ ਗੱਲ ਦਾ ਹੈ ਜ਼ਿੰਦਗੀ ਆਪੇ ਨੂੰ ਸਮਝੇ ਤੋਂ ਬਿਨਾਂ ਅਸਲੇ ਨੂੰ ਪਾ ਨਾ ਸਕੇ, ਆਪਣੇ ਆਪ ਨੂੰ ਸਮਝ ਨਾ ਸਕੇ, ਇਵੇਂ ਜ਼ਿੰਦਗੀ ਦੀ ਰਾਸ ਗਵਾਲੀ। ਅਫਸੋਸ ਇਸ ਗੱਲ ਦਾ ਹੈ। ਤਾਂ ਭਾਈ ਨੰਦ ਲਾਲ ਜੀ ਜੋ ਕਹਿੰਦੇ ਆ, ਬਹੁਤ ਡੂੰਘੀ ਗੱਲ ਆ। ਇਹ ਸਭ ਕੁਝ ਬਣਾਉਣ ਵਾਲਾ ਵਾਹਿਗੁਰੂ ਆ। ਗੋਰਿਆਂ ਦੀ ਇੱਕ ਕਿਤਾਬ ਹੈ, ਸਟੋਰੀਜ਼ ਫਰੋਮ ਹੇਅਰ ਐਂਡ ਦੇਅਰ, ਉਹਦੇ ਵਿੱਚ ਇੱਕ ਕਹਾਣੀ ਲਿਖੀ, ਪੜ੍ਹ ਰਿਹਾ ਸੀ, ਬੜੀ ਸੋਹਣੀ ਲੱਗੀ। ਨਿਊਟਨ ਹੋਇਆ ਵਿਗਿਆਨੀ, ਉਹਨੇ ਖੋਜ ਕਰਨੀ ਰੋਜ਼, ਕੋਈ ਨਾ ਕੋਈ ਖੋਜ ਕਰਨੀ। ਜੇ ਨਾ ਸਫਲ ਹੋਣਾ, ਕਹਿਣਾ ਕਿ ਗਲਤੀਆਂ ਤੋਂ ਸਿੱਖ ਰਹੇ ਹਾਂ। ਅੱਜ ਮੈਂ ਸਫਲ ਨਾ ਹੋ ਸਕਿਆ, ਚਲੋ ਕੱਲ੍ਹ ਨੂੰ ਸਹੀ। ਜਦੋਂ ਤੱਕ ਦਿਲ 'ਚ ਮੇਰੇ ਰੱਬ ਵਸਦਾ ਜਾਂ ਪਰਮਾਤਮਾ ਵਸਦਾ, ਹਾਰ ਕਿਉਂ ਮੰਨਣੀ? ਸਾਰੇ ਵਿਗਿਆਨੀਆਂ ਦਾ ਭਰੋਸਾ ਨਹੀਂ ਹੁੰਦਾ ਰੱਬ 'ਤੇ। ਕੁਝ ਕੁ ਹੁੰਦੇ ਆ ਜਿਨ੍ਹਾਂ ਦਾ ਯਕੀਨ ਹੁੰਦਾ, ਕੁਝ ਡਾਕਟਰ ਹੁੰਦੇ ਆ ਜਿਨ੍ਹਾਂ ਦਾ ਯਕੀਨ ਰੱਬ 'ਤੇ ਹੁੰਦਾ। ਕਈਆਂ ਨੂੰ ਇਵੇਂ ਹੁੰਦਾ, ਮੇਰੇ ਹੱਥ 'ਚ ਕਲਾ, ਮੈਂ ਮਰੀਜ਼ ਨੂੰ ਬਚਾ ਲੂੰਗਾ। ਤਾਂ ਨਿਊਟਨ ਦਾ ਸੁਭਾਅ ਥੋੜ੍ਹਾ ਰੱਬੀ ਸੀ। ਉਹਦੇ ਕੋਲ ਉਹਦਾ ਦੋਸਤ ਆਇਆ, ਪਰ ਉਹ ਨਾਸਤਿਕ ਸੀ। ਚੱਲ ਕੇ ਨਾਸਤਿਕ ਇਤਨਾ ਸੀ ਕਿ ਰੱਬ ਨੂੰ ਨਹੀਂ ਸੀ ਮੰਨਦਾ ਬਿਲਕੁਲ ਵੀ। ਉਹਦੀ ਹੋਂਦ ਨੂੰ ਕਹਿੰਦਾ ਸੀ ਕਿ ਸਭ ਕੁਝ ਆਪੇ ਹੀ ਬਣਿਆ ਹੋਇਆ ਵਾ, ਇਹਨੂੰ ਬਣਾਉਣ ਵਾਲੀ ਕੋਈ ਸ਼ਕਤੀ ਨਹੀਂ ਹੈਗੀ। ਇਸ ਤਰ੍ਹਾਂ ਦਾ ਸੁਭਾਅ ਸੀ। ਨਿਊਟਨ ਆਪਣੀ ਲੈਬ ਦੇ ਵਿੱਚ ਇੱਕ ਦਿਨ ਸਰਚ ਕਰ ਰਿਹਾ, ਖੋਜ ਕਰ ਰਿਹਾ। ਕੁਦਰਤੀ ਤੌਰ 'ਤੇ ਉਹਨੂੰ ਕੋਈ ਖਿਡੌਣਾ ਦੇ ਕੇ ਗਿਆ ਸੀ, ਗਿਫਟ ਦੇ ਤੌਰ 'ਤੇ, ਤੋਹਫੇ ਦੇ ਤੌਰ 'ਤੇ, ਅਤੇ ਉਹਨੇ ਰੱਖ ਲਿਆ ਸੀ ਆਪਦੀ ਲੈਬ 'ਚ। ਇਹ ਦੋਸਤ ਆਇਆ, ਉਹਨੂੰ ਚਾਹ ਪਾਣੀ ਪਿਲਾਇਆ ਗਿਆ, ਫਿਰ ਉਹ ਲੈਬ ਦੇ ਵਿੱਚ ਕੰਮ ਕਰਨ ਲੱਗ ਗਿਆ।
ਫਿਰ ਉਹ ਪੁੱਛਦਾ ਇਹਦਾ ਦੋਸਤ ਕਿ ਇਹ ਖਿਡੌਣਾ ਇੱਥੇ ਕਿਵੇਂ ਆ ਗਿਆ, ਜਾਂ ਇਹ ਕਿਹਨੇ ਬਣਾਇਆ। ਉਹਨੂੰ ਲੱਗਾ ਸ਼ਾਇਦ ਨਿਊਟਨ ਨੇ ਬਣਾਇਆ ਹੋ ਗਿਆ। ਉਹ ਪੁੱਛਦਾ ਕਿ ਖਿਡੌਣਾ ਕਿੱਥੋਂ ਆਇਆ। ਨਿਊਟਨ ਨੇ ਉਹਨੂੰ ਜਵਾਬ ਦਿੱਤਾ ਜਿਸ ਤਰ੍ਹਾਂ ਉਹਦੀ ਤਰਕ ਬੁੱਧੀ ਸੀ। ਆਖਿਆ ਪਤਾ ਨਹੀਂ ਹੈ ਕਿਹਨੇ ਬਣਾਇਆ, ਮੈਂ ਨਹੀਂ ਜਾਣਦਾ, ਆਪੇ ਹੀ ਬਣ ਗਿਆ ਹੋਵੇਗਾ। ਫਿਰ ਉਹ ਦੋਸਤ ਪੁੱਛਦਾ ਕਿ ਆਪੇ ਕਿਵੇਂ ਬਣ ਜਾਏਗਾ। ਇੱਕ ਛੋਟਾ ਜਿਹਾ ਖਿਡੌਣਾ ਤੇਰੀ ਹੀ ਲੈਬ ਦੇ ਅੰਦਰ ਇੱਥੇ ਜਿੱਥੇ ਤੂੰ ਰੋਜ਼ ਖੋਜ ਕਰਦਾ ਕਮਰੇ 'ਚ ਪਿਆ, ਇਹ ਆਪੇ ਤਾਂ ਨਹੀਂ ਆ ਗਿਆ। ਕਿਸੇ ਨੇ ਤਾਂ ਇਹਨੂੰ ਬਣਾਇਆ ਹੋਊਗਾ, ਕਿਸੇ ਨੇ ਤਾਂ ਇਹਨੂੰ ਸਿਰਜਿਆ ਹੋਊਗਾ, ਇਹਦਾ ਕਰਤਾ ਕੋਈ ਹੋਊਗਾ। ਨਿਊਟਨ ਤੂੰ ਮੈਨੂੰ ਦੱਸਦਾ ਨਹੀਂ। ਉਹਨੇ ਆਖਿਆ ਮੈਂ ਸੱਚ ਕਹਿਣਾ, ਇਹ ਆਪੇ ਹੀ ਬਣ ਗਿਆ, ਮੈਂ ਨਹੀਂ ਜਾਣਦਾ ਕਿਵੇਂ ਆਇਆ, ਕਿੱਥੋਂ ਆਇਆ। ਤਾਂ ਜਦੋਂ ਇਸ ਤਰ੍ਹਾਂ ਦੇ ਉਹਨੇ ਜਵਾਬ ਦਿੱਤੇ ਆ ਤਾਂ ਉਹਨੂੰ ਫਿਰ ਉਹ ਦੋਸਤ ਨੂੰ ਸੋਝੀ ਆਈ ਕਿ ਇੱਕ ਛੋਟਾ ਜਿਹਾ ਖਿਡੌਣਾ ਬਣਾਉਣ ਵਾਲਾ ਵੀ ਕੋਈ ਹੁੰਦਾ। ਬੱਚਿਆਂ ਦੇ ਖੇਡਣ ਵਾਸਤੇ ਛੋਟੀ ਜਿਹੀ ਗੇਂਦ ਆ, ਕੋਈ ਵੀ ਖਿਡੌਣਾ, ਉਹਨੂੰ ਵੀ ਉਹਦਾ ਵੀ ਕਰਤਾ ਕੋਈ ਹੁੰਦਾ। ਤਾਂ ਫਿਰ ਉਹ ਨਿਊਟਨ ਕਹਿੰਦਾ ਕਿ ਆਹ ਸੂਰਜ, ਆਹ ਚੰਦਰਮਾ, ਇਹਨਾਂ ਦੀ ਜਿਹੜੀ ਗਤੀ ਆ, ਇਹਨਾਂ ਦਾ ਜਿਹੜਾ ਛਿਪਣਾ ਚੜ੍ਹਨਾ ਹੈ, ਇਹਨਾਂ ਦਾ ਵਧਣਾ ਘਟਣਾ ਹੈ, ਇਹਨੂੰ ਕਰਨ ਵਾਲਾ ਵੀ ਕੋਈ ਹੋਊਗਾ। ਜਿਵੇਂ ਮੈਂ ਕਹਿ ਰਿਹਾ ਖਿਡੌਣੇ ਨੂੰ ਬਣਾਉਣ ਵਾਲਾ ਕੋਈ ਨਹੀਂ, ਆਪੇ ਬਣ ਗਿਆ। ਤੂੰ ਮੰਨਣ ਨੂੰ ਤਿਆਰ ਨਹੀਂ ਹੈਗਾ, ਤੂੰ ਕਹਿੰਦਾ ਹੋਊਗਾ, ਕੋਈ ਤਾਂ ਹੋਊਗਾ। ਮੈਂ ਵੀ ਤੈਨੂੰ ਇਹ ਕਹਿਣਾ, ਸੂਰਜ, ਚੰਦਰਮਾ, ਗ੍ਰਹਿ, ਨਛੱਤਰ, ਤਾਰੇ, ਅਸਮਾਨ, ਪਾਣੀ, ਜ਼ਮੀਨ, ਇਹਨਾਂ ਦਾ ਕਰਤਾ ਵੀ ਕੋਈ ਹੋਊਗਾ। ਉਦੋਂ ਤੂੰ ਨਹੀਂ ਮੰਨਦਾ, ਹੁਣ ਮੈਂ ਨਹੀਂ ਮੰਨਾਂਗਾ। ਫਿਰ ਉਹਦਾ ਦੋਸਤ ਕਹਿਣ ਲੱਗਾ ਵਾਕਈ। ਤਾਂ ਫਿਰ ਉਦੋਂ ਬਾਅਦ ਉਹ ਨਾ ਧਰਮ ਦੇ ਕੰਮ ਕਰਨ ਵਾਲਾ ਬਣਿਆ ਇਹਦਾ ਦੋਸਤ। ਇੱਥੋਂ ਇੱਕ ਖਿਡੌਣੇ ਤੋਂ ਸੋਝੀ ਮਿਲੀ ਹੈ। ਗੱਲ ਇਹ ਨਹੀਂ ਹੁੰਦੀ ਕਿ ਤੁਸੀਂ ਖਿਡੌਣੇ ਤੋਂ ਸਿੱਖ ਗਏ, ਤੁਹਾਡੀ ਜ਼ਿੰਦਗੀ ਇੱਕ ਬੱਚਿਆਂ ਦੀ ਖੇਡ ਨੇ ਬਦਲਤੀ। ਗੱਲ ਇਹ ਹੁੰਦੀ ਹੈ ਉਹਦੀ ਕਿਰਪਾ ਦੀ। ਇੱਕ ਅੱਖਰ ਵੀ ਬੰਦੇ ਨੂੰ ਬਦਲ ਸਕਦਾ। ਸਾਰੀ ਬਾਣੀ ਵੀ ਪੜ੍ਹ ਲਈਏ, ਜੇ ਉਹਦੀ ਕਿਰਪਾ ਨਾ ਹੋਈ ਬੰਦੇ ਅੰਦਰ ਕੋਈ ਤਬਦੀਲੀ ਨਹੀਂ ਆਉਂਦੀ। ਗੱਲ ਸਾਰੀ ਉਹਦੀ ਰਹਿਮਤ ਦੀ ਆ। ਖਿਡੌਣੇ ਨੂੰ ਤਾਂ ਅਸੀਂ ਜ਼ਿੰਦਗੀ 'ਚ ਬਹੁਤ ਵਾਰੀ ਵੇਖਿਆ ਹੋਊਗਾ, ਮੇਲਿਆਂ 'ਤੇ ਜਾਂਦੇ ਹਾਂ, ਦੁਕਾਨਾਂ ਹੀ ਦੁਕਾਨਾਂ ਲੱਗੀਆਂ ਹੋਣਗੀਆਂ। ਨਿਊਟਨ ਦਾ ਦੋਸਤ ਕਿੰਨੀਆਂ ਦੁਕਾਨਾਂ 'ਤੇ ਜਾਂਦਾ ਹੋ, ਕਿੰਨੇ ਖਿਡੌਣੇ ਵੇਖਦਾ ਹੋ। ਉਸ ਦਿਨ ਜਿਹੜਾ ਉਹਨੇ ਖਿਡੌਣਾ ਵੇਖਿਆ, ਉੱਥੋਂ ਉਹਨੂੰ ਪਤਾ ਲੱਗਿਆ ਖਿਡੌਣੇ ਨੂੰ ਬਣਾਉਣ ਵਾਲਾ ਵੀ ਕੋਈ ਹੁੰਦਾ। ਆਹ ਦੁਨੀਆ ਵੀ ਇੱਕ ਖੇਡ ਹੀ ਆ, ਇਹ ਵੀ ਖਿਡੌਣੇ ਹੀ ਆ ਸਾਰੇ, ਇਹਨਾਂ ਨੂੰ ਬਣਾਉਣ ਵਾਲਾ ਵੀ ਕੋਈ ਹੋਵੇਗਾ। ਜਿਹਨੂੰ ਕਹਿੰਦੇ ਆ ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੈ। ਲੱਕੜ ਦੀਆਂ ਪੁਤਲੀਆਂ ਮੇਲਿਆਂ ਵਿੱਚ ਨਚਾਈਆਂ ਜਾਂਦੀਆਂ, ਬਾਹਾਂ 'ਤੇ ਰੱਸੀਆਂ ਬੰਨ੍ਹ ਕੇ। ਨਚਾਉਣ ਵਾਲੇ ਪਰਦੇ ਦੇ ਪਿੱਛੇ ਜਿਹੜੇ ਤਮਾਸ਼ਾ ਦਿਖਾਉਣ ਵਾਲੇ ਲੋਕ ਹੁੰਦੇ ਆ, ਤਮਾਸ਼ਾਈ ਹੁੰਦੇ ਆ। ਦੁਨੀਆ ਦੇ ਲੋਕ ਭੱਜ ਰਹੇ। ਭਗਤ ਰਵਿਦਾਸ ਜੀ ਕਹਿੰਦੇ ਮਾਟੀ ਕੋ ਪੁੱਤਰਾ, ਇਹ ਮਿੱਟੀ ਦੇ ਪੁਤਲੇ ਕੈਸੇ ਨਚਤ ਹੈ, ਨੱਚਦੇ ਫਿਰਦੇ ਆ। ਤੇ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ। ਕਈ ਵਾਰ ਦੇਖ ਦੇਖ ਕੇ ਬੋਲਦੇ ਆ, ਸੁਣ ਸੁਣ ਕੇ ਬੋਲਦੇ ਆ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਜਦੋਂ ਕੁਝ ਲੱਭ ਜੇ ਹੰਕਾਰ ਕਰਦੇ ਆ। ਮਾਇਆ ਗਈ ਤਬ ਰੋਵਣ ਲਗਤ ਹੈ, ਪੈਸੇ ਗਵਾਚ ਜਾਣ ਡਿੱਗ ਪੈਣ ਘਾਟਾ ਪੈ ਜੇ ਰੋਂਦੇ ਆ। ਇਹਨਾਂ ਨੂੰ ਨਚਾਉਣ ਵਾਲਾ ਕੌਣ ਆ? ਇਹਨਾਂ ਨੂੰ ਨਚਾਉਣ ਵਾਲਾ ਅੱਲਾ, ਖੁਦਾ ਪਾਕ, ਪਰਵਦਗਾਰ, ਰਹੀਮ, ਕਰੀਮ ਵਾਹਿਗੁਰੂ ਹੈ। ਇਸ ਕਰਕੇ ਫਿਰ ਗੁਰੂ ਸਾਹਿਬ ਜੀ ਇਹੀ ਕਹਿ ਰਹੇ ਆ ਕਿ ਸਾਰੀ ਸ੍ਰਿਸ਼ਟੀ ਦਾ ਉਹ ਮਾਲਕ ਆ, ਗੋਪਾਲ। ਗੋ ਦੇ ਅਰਥ ਆ ਧਰਤੀ। ਸਨਾਤਨ ਗ੍ਰੰਥਾਂ ਵਿੱਚ ਇੱਕ ਸ਼ਬਦ ਆਉਂਦਾ ਗੋਪਾਲ, ਗੁਰੂ ਸਾਹਿਬ ਵਿੱਚ ਵੀ ਬਹੁਤ ਆਉਂਦਾ ਹੈ। ਗੋ ਧਰਤੀ, ਪਾਲ ਤੋਂ ਭਾਵ ਪਾਲਣਹਾਰਾ। ਉਹ ਗੋਪਾਲ ਹੈ, ਧਰਤੀ ਨੂੰ ਚਲਾਉਣ ਵਾਲਾ ਹੈ, ਉਹ ਸੱਚਾ ਸਾਈਂ ਆ। ਇਸ ਕਰਕੇ ਭਾਈ ਨੰਦ ਲਾਲ ਸਾਹਿਬ ਜੀ ਵਾਰ-ਵਾਰ ਇਹ ਚੀਜ਼ਾਂ ਕਹਿ ਰਹੇ ਆ ਕਿ ਉਹਨੇ ਆਪਣੇ ਪਲਕਾਂ ਦੀ ਇੱਕ ਸੈਨਤ ਨਾਲ ਪਿਆਰੇ ਨੇ ਮੈਨੂੰ ਸ਼ਹੀਦ ਕਰ ਦਿੱਤਾ। ਹੁਣ ਕਮਾਨ ਵਿੱਚੋਂ ਤੀਰ ਨਿਕਲ ਗਿਆ ਹੈ, ਹੁਣ ਕੋਈ ਇਲਾਜ ਨਹੀਂ ਹੋ ਸਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਮੇਰੇ ਵੱਲ ਤੱਕਿਆ, ਉਦੋਂ ਉਹਨਾਂ ਦੀਆਂ ਜਿਹੜੀਆਂ ਨੈਣ, ਉਹਨਾਂ ਦੇ ਜਿਹੜੀਆਂ ਦੇਖਣ ਦੀ ਦ੍ਰਿਸ਼ਟੀ ਆ, ਮਹਾਰਾਜ ਦੇ ਝਾਕਣ ਦਾ, ਦੇਖਣ ਦਾ ਨਜ਼ਰੀਆ ਹੈ ਸੰਗਤ ਵੱਲ, ਉਹ ਜਦੋਂ ਮੇਰੇ ਵੱਲ ਦੇਖਦੇ ਆ, ਮੇਰੇ ਸਾਰੇ ਵਿਕਾਰ ਖਤਮ ਹੋ ਗਏ।
ਕਤਲ ਹੋ ਗਿਆ ਉਹਨਾਂ ਦਾ, ਮੈਂ ਸ਼ਹੀਦ ਹੋ ਗਿਆ। ਹੁਣ ਤੀਰ ਜਿਹੜਾ ਕਮਾਨ 'ਚੋਂ ਨਿਕਲ ਚੁੱਕਾ, ਜਦੋਂ ਉਹਨਾਂ ਨੇ ਮੇਰੇ ਵੱਲ ਦੇਖਿਆ ਅਤੇ ਵੇਖ ਲਿਆ, ਹੁਣ ਫਿਰ ਉਹਨਾਂ ਵਿਕਾਰਾਂ ਨੂੰ ਲੁਕਣ ਲਈ ਕੋਈ ਜਗ੍ਹਾ ਨਹੀਂ ਬਚੀ, ਭੱਜਣ ਲਈ ਕੋਈ ਥਾਂ ਨਹੀਂ ਬਚੀ। ਇੱਕ ਇੱਕ ਵਿਕਾਰ ਉਹਨਾਂ ਨੇ ਚੁਣ ਚੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਤਾ। ਸਤਿਗੁਰ ਦੀ ਗਲੀ ਵੱਲ ਜਿਹੜਾ ਜਾਂਦਾ ਹੈ, ਨਾ ਉਹਨੂੰ ਸਵਰਗ ਦੀ ਇੱਛਾ ਹੈ ਅਤੇ ਨਾ ਹੀ ਉਹਨੂੰ ਨਰਕਾਂ ਦਾ ਡਰ। ਅਸਲ ਅਫਸੋਸ ਦੀ ਗੱਲ ਇਹ ਕਰੀਏ, ਇਹ ਨਹੀਂ ਕਿ ਮੈਨੂੰ ਘਾਟਾ ਪੈ ਗਿਆ, ਨੁਕਸਾਨ ਹੋ ਗਿਆ ਜਾਂ ਮੈਨੂੰ ਇੰਨਾ ਲਾਭ ਨਹੀਂ ਹੋਇਆ। ਅਫਸੋਸ ਕਰਨਾ ਨੰਦ ਲਾਲ, ਇਸ ਗੱਲ ਦਾ ਕਰੀ ਤੂੰ ਆਪਣੇ ਅਸਲ ਨੂੰ ਨਾ ਜਾਣ ਪਾਇਆ। ਤੂੰ ਆਪਦੀ ਜ਼ਿੰਦਗੀ ਦੀ ਸਹੀ ਅਸਲ ਪੂੰਜੀ ਸਾਹ, ਉਹਨੂੰ ਯਾਦ ਕੀਤੇ ਬਿਨਾਂ ਲੰਘਾ ਦੇ। ਅਫਸੋਸ ਕਰਨਾ ਤਾਂ ਇਸ ਗੱਲ ਦਾ ਕਰੀ। ਘਾਟੇ ਵਾਧੇ ਜ਼ਿੰਦਗੀ 'ਚ ਆਉਂਦੇ ਹੀ ਰਹਿੰਦੇ ਆ। ਪੈਸਾ ਆਉਂਦਾ, ਪੈਸਾ ਚਲਿਆ ਜਾਂਦਾ, ਫਿਰ ਆਉਂਦਾ, ਫਿਰ ਚਲਿਆ ਜਾਂਦਾ। ਕੰਮ ਵੀ ਤੁਹਾਡਾ ਖੁੱਸ ਗਿਆ, ਰਬੜ ਦੀ ਗੇਂਦ ਆ, ਕੰਧ 'ਚ ਮਾਰੀ ਅਤੇ ਵਾਪਸ ਆ ਜੂਗੀ। ਮੰਨ ਲਓ ਕਿ ਕੰਮ ਤੁਹਾਨੂੰ ਕੋਈ ਕਰ ਰਹੇ ਸੀ, ਤੁਹਾਨੂੰ ਬਦਲਣਾ ਪੈ ਗਿਆ ਕਿਸੇ ਵਜ੍ਹਾ ਕਰਕੇ, ਰਬੜ ਦੀ ਗੇਂਦ ਹੀ ਹੈ, ਕੰਧ 'ਚ ਮਾਰੀ ਵਾਪਸ ਆ ਜੂ, ਹੋਰ ਮਿਲ ਜੂਗਾ ਕੰਮ ਜੇ ਤੁਸੀਂ ਕਰਨਾ ਚਾਹੁੰਦੇ ਹੋ। ਪਰ ਜਿਹੜੇ ਆਹ ਸਾਹ ਚਲੇ ਗਏ, ਇਹ ਸਾਹ ਚਲੇ ਗਏ ਨੰਦ ਲਾਲ, ਇਹ ਨਹੀਂ ਮੁੜ ਆਉਣੇ। ਇਹਦੇ ਨਾਲ ਤੂੰ ਉਹਨੂੰ ਜਪ। ਜੇ ਤੂੰ ਨਹੀਂ ਜਪਦਾ ਫਿਰ ਤੇਰੇ ਵਾਸਤੇ ਸਭ ਤੋਂ ਵੱਡੀ ਬਦਕਿਸਮਤੀ ਹੈ ਤੇਰੀ। ਇਹ ਕਹਿਣ ਵਾਲੇ ਭਾਈ ਨੰਦ ਲਾਲ ਜੀ ਨੇ। ਸੋ ਸਿਹਤ ਚਲੀ ਜਾਂਦੀ ਆ, ਆਪਾਂ ਕਹਿੰਦੇ ਹਾਂ ਕਿ ਬੰਦੇ ਦਾ ਕੁਝ ਵਿਗੜ ਗਿਆ, ਹੁਣ ਕੁਝ ਕੁ ਗਵਾਚ ਗਿਆ, ਪੈਸਾ ਗਿਆ, ਕੁਝ ਨਹੀਂ ਗਿਆ, ਕੋਈ ਗੱਲ ਨਹੀਂ, ਦੁਬਾਰਾ ਕਮਾਇਆ ਜਾ ਸਕਦਾ। ਪੈਸਾ ਹੀ ਗਿਆ ਨਾ, ਸਿਹਤ ਠੀਕ ਆ। ਸਿਹਤ ਗਈ ਅਤੇ ਆਪਾਂ ਕਹਿੰਦੇ ਹਾਂ ਅਤੇ ਅੱਧਾ ਬੰਦੇ ਦੀ ਜ਼ਿੰਦਗੀ ਖਰਾਬ ਹੋ ਗਈ, ਅੱਧਾ ਕੁਝ ਚਲਾ ਗਿਆ। ਬੰਦੇ ਦਾ ਇਖਲਾਕ ਗਿਆ, ਬੰਦੇ ਨੇ ਰੱਬ ਨੂੰ ਯਾਦ ਹੀ ਨਹੀਂ ਕੀਤਾ, ਛੱਡਤਾ ਸਭ ਕੁਝ, ਬੰਦੇ ਦਾ ਸਭ ਕੁਝ ਗਿਆ। ਪੈਸਾ ਗਿਆ, ਨੌਕਰੀ ਗਈ, ਕੁਝ ਨਹੀਂ ਗਿਆ, ਦੁਬਾਰਾ ਆ ਜੂਗੀ, ਕੋਈ ਗੱਲ ਨਹੀਂ। ਸਿਹਤ ਗਈ, ਆਪਾਂ ਕਹਿੰਦੇ ਹਾਂ ਕੁਝ ਗਿਆ, ਕੁਝ ਚਲਿਆ ਗਿਆ। ਕਈਆਂ ਲਈ ਇਹ ਆ ਵੀ ਬਹੁਤ ਕੁਝ ਗਿਆ। ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਲਈ ਉਦੋਂ ਵੀ ਕੁਝ ਨਹੀਂ ਗਿਆ, ਉਹਨਾਂ ਨੇ ਭਾਣਾ ਮੰਨਣਾ। ਆਪਣੇ ਲਈ ਆਪਾਂ ਕਹਿ ਸਕਦੇ ਹਾਂ ਚਲੋ ਸਿਹਤ ਵਿਗੜ ਗਈ, ਬਹੁਤ ਕੁਝ ਗਿਆ। ਹੁਣ ਜੇ ਰੱਬ ਨੂੰ ਯਾਦ ਕਰਨਾ ਭੁਲਾਤਾ, ਛੱਡਤਾ, ਸਮਝ ਨਹੀਂ ਸਭ ਕੁਝ ਖਤਮ ਆ, ਉੱਥੇ ਤੂੰ ਖਤਮ ਆ। ਸਿਹਤ ਵੀ ਤੇਰੀ ਖਰਾਬ ਹੋ ਗਈ, ਹਜੇ ਵੀ ਕੁਝ ਨਹੀਂ ਵਿਗੜਿਆ। ਪੈਸਾ ਵੀ ਗਿਆ, ਕੁਝ ਨਹੀਂ ਗਿਆ। ਨੌਕਰੀ ਗਈ, ਕੁਝ ਨਹੀਂ ਗਿਆ। ਰੱਬ ਨੂੰ ਯਾਦ ਕਰਨਾ ਛੱਡਤਾ, ਸਮਝ ਨਹੀਂ ਖਤਮ ਆ ਤੂੰ। ਉਸ ਦਿਨ ਤੂੰ, ਤੇਰਾ ਵਜੂਦ, ਤੇਰਾ ਸਭ ਕੁਝ ਹੋ ਕੇ ਵੀ ਤੂੰ ਕੱਖ ਦਾ ਨਹੀਂ ਹੈਗਾ। ਇਹ ਕਹਿਣ ਵਾਲੇ ਭਾਈ ਨੰਦ ਲਾਲ ਜੀ ਹੈ। ਇਹਨਾਂ ਗੱਲਾਂ ਵੱਲ ਧਿਆਨ ਦੇਵੋ। ਜ਼ਿੰਦਗੀ ਬਹੁਤ ਛੋਟੀ ਆ ਸੰਗਤ ਜੀ, ਬਹੁਤ ਛੋਟੀ ਆ। ਪਤਾ ਨਹੀਂ ਕਿਹੜੇ ਮੋੜ 'ਤੇ ਕਿਆ ਜਾਣਾ ਕਿ ਮਰਹੈਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਪਤਾ ਨਹੀਂ ਕਿਸ ਮੋੜ 'ਤੇ ਕਦੋਂ ਕਿਵੇਂ ਆਪਾਂ ਕਿੱਥੇ ਉਹ ਭਾਣਾ ਵਾਪਰੇਗਾ। ਉਦੋਂ ਪਹਿਲਾਂ ਉਹ ਵਾਪਰੇ। ਆਪਦੇ ਰੱਬ ਨਾਲ ਪਿਆਰ ਕਰੋ, ਆਪਦੇ ਗੁਰੂ 'ਤੇ ਯਕੀਨ ਰੱਖੋ, ਤੁਹਾਡਾ ਭਲਾ ਹੋਵੇਗਾ। ਗੁਰੂ ਮਹਾਰਾਜ ਕਿਰਪਾ ਕਰਨ। ਕੀਤੀ ਵਿਚਾਰ ਹਿਰਦਿਆਂ 'ਚ ਵਸੇ। ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੁੱਚੇ ਜੀਵਨ ਵਾਲੇ ਬਣੀਏ। ਸਰਬੱਤ ਦਾ ਭਲਾ ਮੰਗੀਏ। ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੀਏ, ਛੋਟਿਆਂ ਨਾਲ ਪਿਆਰ ਕਰੀਏ। ਬਸ ਇਹੀ ਜ਼ਿੰਦਗੀ ਵਿੱਚ ਇੱਕ ਪੂੰਜੀ ਆ ਜਿਹਨੂੰ ਖੱਟ ਕੇ ਆਪਾਂ ਵਾਹਿਗੁਰੂ ਦੇ ਕੋਲ ਜਾਣਾ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਵਾਹਿਗੁਰੂ।